ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ। ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇਹ। ਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹੀਜੈ। ਕੋਟ ਇੰਦਰ ਇੰਦਰਾਨ ਸ਼ਾਹੇ ਸ਼ਾਹਾਨ ਗਨਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਨ ਕਹਿਤ। ਤਵ ਸਰਬ ਨਾਮ ਕਥਾ ਕਵਣ ਕਰਮ ਨਾਮ ਬਰਨਤ ਸੁਮਤ। ਤੂੰ ਠਾਕੁਰ ਬੈਰਾਗਰੋ ਮੈਂ ਜਿਹੀ ਕਣ ਚੇਰੀ ਰਾਮ। ਤੂੰ ਸਾਗਰੋ ਰਤਨਾਗਰੋ ਹਉ ਸਾਰ ਨ ਜਾਣਾ ਤੇਰੀ ਰਾਮ। ਸਾਰ ਨਾ ਜਾਣਾ ਤੂੰ ਵਡਦਾਣਾ ਕਰ ਮਿਹਰਮਤ ਸਾਈ। ਕਿਰਪਾ ਕੀਜੈ ਸਾ ਮਤ ਦੀਜੈ ਆਠ ਪਹਿਰ ਤੁਧ ਧਿਆਈ। ਗਰਬ ਨਾ ਕੀਜੈ ਰੇਨ ਹੋ ਵੀਜੈ ਤਾਂਗਤ ਜੀਅਰੇ ਤੇਰੀ। ਸਭ ਉਪਰ ਨਾਨਕ ਕਾ ਠਾਕੁਰ ਮੈਂ ਜਿਹੀ ਕਣ ਚੇਰੀ ਰਾਮ। ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸ਼ਰਨਾਏ ਜਿਉ। ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁਖ ਗਵਾਏ ਜਿਉ। ਸੋ ਕਹੁ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਹੋਵੈ। ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਸਿਰ ਸਾਹਾਂ ਦਾ ਸਾਹੋ। ਪਾਸ ਬੈਠਿਆ ਸੋਹੀਐ ਦਾਵੇ ਸਾਹੋ। ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ। ਵਿੱਚ ਹਉਮੈ ਕਰਮ ਕਮਾਹੇ। ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੀ। ਮਰ ਜਮਹਿ ਆਵਹਿ ਜਾਹੇ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ। ਵਿੱਚ ਹਉਮੈ ਕਰਮ ਕਮਾਹੇ। ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੀ।
ਮਰ ਜਮਹਿ ਆਵੈ ਜਾਹੇ। ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਨਾਮ ਨਾ ਵਸੈ ਮਨ ਮਾਹੇ। ਨਾਨਕ ਬਿਨ ਸਤਿਗੁਰ ਸੇਵੇ ਜੰਪੁਰ ਬੱਧੇ ਮਾਰੀਅਨ। ਮੋਹਿ ਕਾਲੇ ਉਠ ਜਾਹੇ। ਮਹੱਲਾ ਪਹਿਲਾ। ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ। ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤ ਰਹੈ। ਪੌੜੀ। ਹਰ ਏਕੋ ਦਾਤਾ ਸੇਵੀਐ, ਹਰ ਇੱਕ ਧਿਆਈਐ। ਹਰ ਏਕੋ ਦਾਤਾ ਮੰਗੀਐ, ਮਨ ਚਿੰਦਿਆ ਪਾਈਐ। ਜੇ ਦੂਜੇ ਪਾਸੋਂ ਮੰਗੀਐ, ਤਾਂ ਲਾਜ ਮਰਾਈਐ। ਜਿਨ ਸੇਵਿਆ ਤਿਨ ਫਲ ਪਾਇਆ, ਤਿਸ ਜਨ ਕੀ ਸਭ ਭੁਖ ਗਵਾਈਐ। ਨਾਨਕ ਤਿਨ ਵਿਟੋਂ ਵਾਰਿਆ, ਜਿਨ ਆਨੰਦਨ ਹਿਰਦੈ ਹਰਿ ਨਾਮ ਧਿਆਈਐ। ਨਾਨਕ ਤਿਨ ਵਿਟੋਂ ਵਾਰਿਆ, ਜਿਨ ਆਨੰਦਨ ਹਿਰਦੈ ਹਰਿ ਨਾਮ ਧਿਆਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਵਾਲੀਏ ਕੁਲ ਆਲਮ, ਰਾਜਾਨ ਰਾਜ, ਪਾਨਾਨ ਪਾਣ, ਦੇਵਾਨ ਦੇਵ, ਉਪਮਾ ਮਹਾਨ, ਗੁਰੂ ਗਰੀਬ ਨਵਾਜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰੂ ਜੀ ਕੀ ਪਾਵਨ ਪਵਿੱਤਰ ਨਿੱਘੀ ਗੋਦ ਦੇ ਅੰਦਰ ਉਪਸਥਿਤ ਸਤ ਸੰਗੀ ਜਨੋ, ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਜੀਓ ਨੇ ਪ੍ਰਕਾਸ਼ਮਾਨ ਰੂਪ ਹੋ ਕਰਕੇ ਪਾਵਨ ਪਵਿੱਤਰ ਮੁਖਵਾਕ ਬਖਸ਼ਿਸ਼ ਕੀਤਾ ਹੈ। ਹੁਣੇ ਹੀ ਪਾਵਨ ਪਵਿੱਤਰ ਮੁਖਵਾਕ ਜੀ ਕਾ ਪਾਠ ਸਰਵਨ ਕੀਤਾ ਹੈ। ਵਡਹੰਸ ਕੀ ਵਾਰ ਦੇ ਵਿੱਚੋਂ ਜੋ ਲੱਲਾ ਬਹਿਲਮਾ ਕੀ ਧੁਨੀ ਉੱਪਰ ਗਾਉਣ ਦਾ ਸੰਕੇਤ ਕੀਤਾ ਮਹਾਰਾਜ ਜੀ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਸ਼ਲੋਕਾਂ ਅੰਦਰ ਕਿ ਬਿਨਾਂ ਸਤਿਗੁਰੂ ਨੂੰ ਸੇਵਨ ਤੋਂ ਜੀ ਦੇ ਅੰਦਰ ਜੀ ਨੂੰ ਜਿਹੜਿਆਂ ਬੰਧਨਾਂ ਨੇ ਜਕੜਿਆ ਹੋਇਆ ਹੈ, ਜਿਵੇਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਪਾਵਨ ਪਵਿੱਤਰ ਆਸਾ ਕੀ ਵਾਰ ਦੇ ਜਦੋਂ ਛੰਤ ਸਰਵਣ ਕਰਨੇ ਹਾਂ, ਪਾਠ ਕਰਨੇ ਹਾਂ ਮਹਾਰਾਜ ਜੀਆਂ ਦੇ ਬਚਨ, ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ। ਇਹੋ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾ ਬਿਰਥਾ ਸਭ ਜਾਏ। ਹੁਣ ਵੱਤਾ ਹਰ ਨਾਮ ਨਾ ਬੀਜਿਓ, ਅੱਗਾ ਭੁੱਖਾ ਕਿਆ ਖਾਏ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਅੱਜ ਦੇ ਆਏ ਹੋਏ ਪਾਵਨ ਪਵਿੱਤਰ ਬਚਨਾਂ ਅੰਦਰ ਮਹਾਰਾਜ ਜੀ ਨੇ ਰਹਿਮਤ ਕੀਤੀ। ਨਾਮ ਨਾ ਸੇਵਨ ਤੋਂ ਬਿਨਾ, ਨਾਮ ਨਾ ਸਿਮਰਨ ਤੋਂ ਬਿਨਾ ਜੋ ਜੀਵ ਦੀ ਹਾਲਤ ਹੈ ਮਹਾਰਾਜ ਜੀ ਉਹ ਪੇ ਬਿਆਨ ਕਰਦੇ ਹਨ। ਸਾਧ ਸੰਗਤ ਜੀ ਕਰੋ ਮਨ ਬਿਰਤੀਆਂ ਨੂੰ ਇਕਾਗਰ, ਆਏ ਹੋਏ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਗੁਰੂ ਕਿਰਪਾ ਗੁਰੂ ਰਹਿਮਤ ਸਦਕਾ ਕਰੀਏ। ਕੋਈ ਪਿਰਸ ਨਾ ਵਾਂਝੀ ਨਾ ਰਹੇ, ਉਚਾਰਨ ਕਰੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ, ਵਿੱਚ ਹੋ ਮੈਂ ਕਰਮ ਕਮਾਏ। ਆਰੰਭਤਾ ਧੰਨ ਗੁਰੂ ਅਮਰਦਾਸ ਮਹਾਰਾਜ ਜੀਓ ਕਾ ਪਾਵਨ ਪਵਿੱਤਰ ਸ਼ਲੋਕ। ਸ਼ਲੋਕ ਮਹੱਲਾ ਤੀਜਾ ਕਿ ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ, ਵਿੱਚ ਹਉਮੈ ਕਰਮ ਕਮਾਹੇ। ਬਿਨਾ ਸਤਿਗੁਰ ਨੂੰ ਸੇਵਨ ਤੋਂ ਬਿਨਾ ਜੋ ਜੀਵ ਨੇ ਸੰਸਾਰ ਦੇ ਅੰਦਰ ਧੰਦੇ ਵਿਹਾਜੇ ਹਨ ਹਉਮੈ ਵਸ ਹੋ ਕੇ। ਮਹਾਰਾਜ ਜੀ ਬਚਨ ਕਰਦੇ ਹਨ, ਭਾਈ ਉਹ ਜੀ ਕੇ ਬੰਧਨ ਹਨ, ਜੀ ਕੇ ਬੰਧਨ। ਜੀ ਕੇ ਬੰਧਨ ਤੋਂ ਭਾਵ ਕੀ ਹੈ? ਵੀ ਜਿਹੜੇ ਜਿੰਦ ਨੂੰ ਜਕੜਿਆ ਹੋਇਆ ਹੈ, ਜਿੰਦ ਦੀ ਖਲਾਸੀ ਨਹੀਂ ਜਿਨ੍ਹਾਂ ਕਰਮਾਂ ਨੇ ਹੋਣ ਦੇਣੀ। ਕਿਉਂਕਿ ਜਿਸ ਵਕਤ ਜੀਵ ਦਾ ਇਹ ਆਪਣਾ ਸਰੀਰ ਰੂਪੀ ਠੀਕਰਾ ਜਿਹੜਾ ਟੁੱਟ ਗਿਆ, ਬਾਬਾ ਕਬੀਰ ਸਾਹਿਬ ਜੀ ਬਚਨ ਕਰਦੇ ਹਨ, ਭਾਈ ਫਿਰ ਲੇਖਾ ਤਾਂ ਜੀ ਕੋਲੋਂ ਪੁੱਛਿਆ ਗਿਆ, ਨਾ ਜਿੰਦ ਕੋਲੋਂ ਲੇਖਾ ਪੁੱਛਿਆ ਗਿਆ। ਤੇ ਜਿੰਦ ਨੇ ਫਿਰ ਕੀ ਭਾਈ ਜਵਾਬ ਦੇਣਾ ਹੈ ਜਦੋਂ ਉਹਦੇ ਉੱਪਰ ਬੰਧਨ ਪਏ ਹੋਏ ਹਨ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਅੱਜ ਦੇ ਸ਼੍ਰੀ ਮੁਖ ਵਾਕ ਵਿੱਚ ਰਹਿਮਤ ਕੀਤੀ, ਬਿਨ ਸਤਿਗੁਰ ਸੇਵੇ ਜੀ ਕੇ ਬੰਧਨ। ਇਹ ਜਿੰਦ ਦੇ ਬੰਧਨ ਹਨ। ਭਾਵੇਂ ਉਹਨਾਂ ਨੂੰ ਵਕਾਰਾਂ ਦੇ ਬੰਧਨ ਪਏ ਹਨ, ਭਾਵੇਂ ਧੰਦਿਆਂ ਦੇ ਬੰਧਨ ਪਏ ਹੋਏ ਹਨ। ਮਹਾਰਾਜ ਜੀ ਕਹਿਣ ਲੱਗੇ, ਭਾਈ ਬਿਨਾ ਸਤਿਗੁਰ ਦੇ ਸੇਵਨ ਤੋਂ ਬਿਨਾ ਇਹ ਕਿਸੇ ਪਾਸੋਂ ਵੀ ਖੁੱਲਣੇ ਨਹੀਂ। ਸਤਿਗੁਰ ਹੱਥ ਕੁੰਜੀ, ਹੋਰਤ ਦਰ ਖੁੱਲ੍ਹੈ ਨਾਹੀ। ਹੇ ਭਾਈ ਜਿਹੜੀ ਇਹ ਕੁੰਜੀ ਹੈ ਜਾਂ ਜਿਹੜਾ ਇਹਦਾ ਲੋਕ ਹੈ, ਉਹ ਮਹਾਰਾਜ ਜੀ ਕਹਿਣ ਲੱਗੇ ਸਤਿਗੁਰ ਹੱਥ ਕੁੰਜੀ, ਹੋਰਤ ਦਰ ਖੁੱਲ੍ਹੈ ਨਾਹੀ। ਭਾਈ ਇਹਦੇ ਲੋਕ ਦੀ ਜਿਹੜੀ ਚਾਬੀ ਹੈ ਉਹ ਪਾਤਸ਼ਾਹ ਜੀ ਦੇ ਕੋਲ ਹੈ, ਹੋਰ ਤੋਂ ਬਿਨਾ ਖੁੱਲਦੇ ਨਹੀਂ ਇਹ ਬੰਧਨ। ਹੋਰਤ ਦਰ ਖੁੱਲ੍ਹੈ ਨਾਹੀ। ਹੋਰ ਕੋਈ ਦਰਵਾਜ਼ਾ ਜਾਂ ਹੋਰ ਕੋਈ ਐਸਾ ਟਿਕਾਣਾ ਨਹੀਂ ਭਾਈ ਜਿੱਥੋਂ ਇਹਨਾਂ ਬੰਧਨਾਂ ਦੀ ਬੰਦ ਖਲਾਸੀ ਹੋ ਜਾਏਗੀ। ਸਤਿਗੁਰੂ ਮਹਾਰਾਜ ਜੀ ਪਏ ਬਖਸ਼ਿਸ਼ ਕਰਦੇ ਹਨ, ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ। ਹੈ ਭਾਈ ਇਹ ਜੀ ਕੇ ਬੰਧਨ ਹਨ। ਵਿੱਚ ਹਉਮੈ ਕਰਮ ਕਮਾਏ, ਹਉਮੈ ਵਸ ਹੋ ਕੇ ਜੋ ਜੀਵ ਨੇ ਕਰਮ ਕਮਾਏ ਹਨ। ਹਉਮੈ ਵਸ ਕਰਮ ਤਾਂ ਕਮਾਏ ਹਨ, ਪਰ ਜਿਹੜੇ ਉਹ ਹੈਨ ਮਹਾਰਾਜ ਜੀ ਬਚਨ ਕਰਦੇ ਹਨ, ਭਾਈ ਉਹ ਤਾਂ ਹਉਮੈ ਵਸ ਹਨ। ਉਹ ਤਾਂ ਇਸ ਤਰ੍ਹਾਂ ਅਜਾਈ ਚਲੇ ਜਾਣਗੇ। ਮਹਾਰਾਜ ਕਿਸ ਤਰ੍ਹਾਂ? ਤੀਰਥ ਵਰਤ ਅਰਦਾਨ ਕਰ ਮਨ ਮੈਂ, ਧਰੈ ਗੁਮਾਨ ਨਾਨਕ ਨਿਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਹਾਥੀ ਨੇ ਨਿਰਮਲ ਨੀਰ ਦੇ ਅੰਦਰ ਇਸ਼ਨਾਨ ਕੀਤਾ, ਪਰ ਵਾਪਸੀ ਆਉਂਦਿਆਂ ਟੋਭੇ ਵਿੱਚੋਂ ਚਿੱਕੜ ਲਿਆ, ਸੁੰਡ ਵਿੱਚ ਭਰ ਕੇ ਫਿਰ ਸੁੱਟ ਲਿਆ। ਮਹਾਰਾਜ ਕਹਿੰਦੇ, ਭਾਈ ਦੱਸੋ ਕੀ ਇਸ਼ਨਾਨ ਕੰਮ ਹੈ ਉਹਦਾ? ਭਾਈ ਜਿਹੜਾ ਉਹਦਾ ਇਹ ਇਸ਼ਨਾਨ ਪਾਣ ਹੈ ਉਹਦਾ ਭਾਈ ਕਿਸੇ ਕੰਮ ਨਹੀਂ ਹੈ। ਮਹਾਰਾਜ ਕਿਉਂ? ਕਹਿੰਦੇ ਮਨ ਮੈਂ ਧਰੈ ਗੁਮਾਨ, ਕੀਤੇ ਹੋਏ ਤੀਰਥ ਵਰਤ, ਇਹ ਕੀਤੇ ਹੋਏ ਮਹਾਰਾਜ ਕਹਿੰਦੇ ਭਾਈ ਉਦੋਂ ਨਿਸ਼ਫਲ ਹੋ ਗਏ ਜਦੋਂ ਹਿਰਦੇ ਅੰਦਰ ਹਉਮੈ ਦਾ ਵਾਸਾ ਵੀ ਨਾਲ ਹੋ ਗਿਆ। ਕਰਨ ਤੋਂ ਬਾਅਦ ਜਦੋਂ ਜਤਾ ਦਿੱਤਾ ਵੀ ਮੈਂ ਇਹ ਕੀਤਾ ਹੈ, ਕਰਨ ਤੋਂ ਬਾਅਦ ਜਦੋਂ ਇੰਨੀ ਗੱਲ ਜਤਾ ਦਿੱਤੀ ਵੀ ਮੇਰੇ ਬਾਝੋਂ ਹੋ ਨਹੀਂ ਸੀ ਸਕਦਾ, ਮਹਾਰਾਜ ਕਹਿੰਦੇ ਭਾਈ ਉਦੋਂ ਫਿਰ ਇਹ ਸਾਰੇ ਹੀ ਨਿਸ਼ਫਲ ਹੋ ਜਾਂਦੇ ਹਨ। ਭਾਈ ਉਸ ਵਕਤ ਇਹ ਸਾਰੇ ਹੀ ਇਸੇ ਤਰ੍ਹਾਂ ਹੀ ਵਿਅਰਥ ਹੀ ਚਲੇ ਜਾਂਦੇ ਹਨ। ਮਹਾਰਾਜ ਜੀ ਉਦਾਹਰਣ ਦਿੰਦੇ ਹਨ ਹਾਥੀ ਦੀ, ਕੁੰਚਰ ਦੇ, ਇਸ਼ਨਾਨ ਦੀ।
ਜਿਹਨੇ ਇਸ਼ਨਾਨ ਪਾਣ ਤਾਂ ਕਰ ਲਿਆ, ਪਰ ਕਰਨ ਤੋਂ ਬਾਅਦ ਫਿਰ ਚਿੱਕੜ ਦੇ ਨਾਲ ਲਿਬੜ ਗਿਆ। ਮਹਾਰਾਜ ਕਹਿੰਦੇ ਭਾਈ ਇਹੋ ਹੀ ਤਾਂ ਹਾਲਤ ਹਉਮੈ ਵਸ ਹੋ ਕੇ ਕੀਤੇ ਹੋਏ ਕਰਮਾਂ ਦੀ ਹੈ, ਜਿਹੜੇ ਜਿੰਦ ਦੇ ਬੰਧਨ ਬਣੇ ਪਏ ਹਨ। ਸਾਧ ਸੰਗਤ ਦੀ ਬੰਧਨ ਭਾਵੇਂ ਲੋਹੇ ਦਾ ਹੋਵੇ, ਬੰਧਨ ਭਾਵੇਂ ਸੋਨੇ ਦਾ ਹੋਵੇ, ਸੰਗਲ ਤਾਂ ਸੰਗਲ ਹੀ ਹੈ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਇਹ ਜਿਤਨੇ ਵੀ ਔਗਣ ਹਨ ਭਾਈ, ਇਹ ਉਸੇ ਤਰ੍ਹਾਂ ਹੀ ਇਹ ਜਿੰਦ ਨੂੰ ਜਕੜੀ ਬੈਠੇ ਹਨ। ਬਿਨ ਸਤਿਗੁਰ ਸੇਵੇ ਠੌਰ ਨ ਪਾਵਹੀ, ਮਰ ਜੰਮੈ ਆਵਹਿ ਜਾਹੇ। ਪਾਤਸ਼ਾਹ ਜੀ ਬਚਨ ਕਰਦੇ ਹਨ ਭਾਈ, ਬਿਨਾ ਸਤਿਗੁਰ ਨੂੰ ਸੇਵਨ ਤੋਂ ਬਿਨਾ ਠੌਰ ਨਾ ਪਾਵੇ। ਠੌਰ ਨਾ ਪਾਵੇ ਦਾ ਭਾਵ ਹੈ ਗੁਰਮੁਖੋ ਟਿਕਾਣਾ ਨਹੀਂ ਮਿਲਦਾ, ਟਿਕਾਣਾ ਨਸੀਬ ਨਹੀਂ ਹੁੰਦਾ। ਮਹਾਰਾਜ ਕਦੋਂ ਤੱਕ ਬਿਨ ਸਤਿਗੁਰ ਸੇਵੇ, ਜਦੋਂ ਤੱਕ ਮਾਲਕ ਨੂੰ ਨਾ ਸੇਵਿਆ। ਠੌਰ ਨਾ ਪਾਵਹੀ, ਉਹ ਟਿਕਾਣਾ ਨਹੀਂ ਨਸੀਬ ਹੁੰਦਾ। ਉਹ ਉਸੇ ਤਰ੍ਹਾਂ ਹੀ ਜੀਵ ਭਟਕਣਾ ਦੇ ਅੰਦਰ ਹੈ। ਮਾਲਕ ਦੇ ਘਰ ਦੇ ਅੰਦਰ ਟਿਕਾਣਾ ਮਿਲ ਜਾਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ, ਜੈਸੇ ਏਕ ਆਗ ਤੇ ਕਨੂਕਾ ਕੋਟ ਆਗ ਉਠਾ, ਨਿਆਰੇ ਨਿਆਰੇ ਹੋਏ ਕਾ ਫੇਰ ਆਗ ਮੈਂ ਮਲਾਹੇਂਗੇ। ਨਿਕਲੇ ਹੋਏ ਅੱਗ ਦੇ ਚੰਗਿਆੜੇ ਦੁਬਾਰਾ ਜਾ ਕੇ ਅੱਗ ਦੇ ਵਿੱਚ ਸਮਾ ਗਏ, ਉਹ ਉਹਨਾਂ ਨੂੰ ਟਿਕਾਣਾ ਮਿਲ ਗਿਆ। ਧੂੜ ਦੇ ਨਿੱਕੇ ਨਿੱਕੇ ਕਣ ਉੱਡ ਕੇ ਦੁਬਾਰਾ ਫਿਰ ਧਰਤੀ ਤੇ ਸਮਾ ਗਏ, ਉਹ ਉਹਨਾਂ ਨੂੰ ਟਿਕਾਣਾ ਮਿਲ ਗਿਆ। ਪਾਣੀ ਦੀ ਵਿਛੜੀ ਹੋਈ ਬੂੰਦ ਰਿੜਦੀ ਨਦੀਆਂ ਨਾਲਿਆਂ ਦੇ ਵਿੱਚੋਂ ਪਹੁੰਚ ਗਈ ਸਮੁੰਦਰ ਦੇ ਕੋਲ, ਉਹ ਉਹਨੂੰ ਟਿਕਾਣਾ ਮਿਲ ਗਿਆ। ਤੇ ਪਾਤਸ਼ਾਹ ਜੀ ਬਚਨ ਕਰਦੇ ਹਨ ਭਾਈ, ਤੇਰਾ ਠੌਰ ਕਿਹੜਾ ਹੈ ਭਾਈ, ਤੇਰਾ ਟਿਕਾਣਾ ਕਿਹੜਾ ਹੈ? ਇਹ ਜਿੱਥੇ ਵਿਚਰ ਰਿਹਾ ਇਹ ਟਿਕਾਣਾ ਤਾਂ ਹੈ ਨਹੀਂ। ਇਹ ਤਾਂ ਚਲੋ 50 ਸਾਲ 70 ਸਾਲ, ਇਹ 80 ਸਾਲ ਜਿੰਨੀ ਕਿਸੇ ਦੀ ਉਮਰ ਹੈ ਭਾਈ, ਉਹਨਾਂ ਕੁ ਤਾਂ ਆ ਤਾਂ ਸੰਸਾਰ ਦਾ ਸਫ਼ਰ ਹੈ। ਇਹ ਤਾਂ ਜਿਵੇਂ ਕੋਈ ਬੰਦਾ ਬਾਜ਼ਾਰ ਵਿੱਚ ਉੱਠ ਕੇ ਜਾਏ, ਉਸ ਤਰੀਕੇ ਨਾਲ ਬਾਜ਼ਾਰ ਵਿੱਚ ਆਏ ਹੋਏ ਹਾਂ ਸੌਦਾ ਕਰਨ ਵਾਸਤੇ। ਇਹ ਟਿਕਾਣਾ ਤਾਂ ਨਹੀਂ ਹੈ, ਇਹ ਪੱਕਾ ਸਦੀਵੀ ਥਾਂ ਨਹੀਂ ਹੈ। ਇਹ ਕਿਹੜਾ ਹੈ? ਇਹ ਤਾਂ ਬਾਜ਼ਾਰ ਹਨ ਤੇ ਹਟੜੇ ਬਾਜ਼ਾਰ ਸੌਦਾ ਕਰਨ ਵਣ ਜਾ ਰਿਹਾ। ਸੱਚ ਵਖਰ ਜਿਨੀ ਲੱਦਿਆ ਸੇ ਸੱਚੜੇ ਪਾਸਾਰ। ਭਾਈ ਇਹ ਤਾਂ ਵਪਾਰੀ ਆਏ ਹਾਂ ਥੋੜੇ ਸਮੇਂ ਵਾਸਤੇ, ਕੋਈ ਵਧੀਆ ਵਪਾਰ ਕਰਕੇ ਲੈ ਗਿਆ, ਕੋਈ ਸੰਸਾਰ ਵਿੱਚ ਘਟੀਆ ਵਪਾਰ ਕਰਕੇ ਤੁਰਿਆ ਹੈ। ਮਹਾਰਾਜ ਜੀਆਂ ਦੇ ਬਚਨ, ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੀ। ਭਾਈ ਪੱਕਾ ਟਿਕਾਣਾ ਨਹੀਂ ਮਿਲਦਾ, ਮਰ ਜੰਮੈ ਆਵੈ ਜਾਏ। ਇਹ ਭਾਈ ਫਿਰ ਉਹ ਜਗਤ ਵਿੱਚ ਜੰਮਦੇ ਹਨ, ਜਗਤ ਵਿੱਚ ਮਰਦੇ ਹਨ। ਇਸ ਪ੍ਰਕਾਰ ਨਾਲ ਉਹ ਸਮਾਂ ਬਤੀਤ ਕਰਦੇ ਹਨ। ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਨਾਮ ਨਾ ਵਸੈ ਮਨ ਮਾਹੇ। ਇਹ ਭਾਈ ਬਿਨਾ ਸਤਿਗੁਰ ਨੂੰ ਸੇਵਨ ਤੋਂ ਬਿਨਾ ਉਹ ਜੀਵਨ ਵਿੱਚ ਫਿੱਕਾ ਹੀ ਬੋਲਦੇ ਹਨ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਮੁਬਾਰਕ ਬਚਨ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕਹੇ ਭਾਈ, ਫਿੱਕਾ ਬੋਲ ਬਗੁਚਨਾ ਸੁਨ ਮੂਰਖ ਮਨ ਆ ਜਾਣ। ਹੇ ਭਾਈ ਉਹ ਫਿਰ ਜਿਹੜੇ ਜੀਵ ਹਨ ਸੰਸਾਰ ਦੇ ਉੱਪਰ ਬਿਨਾ ਨਾਮ ਸਿਮਰਨ ਤੋਂ, ਬਿਨਾ ਸਤਿਗੁਰ ਤੋਂ ਸੇਵੇ ਫਿੱਕਾ ਬੋਲਣਾ, ਉਹ ਸੰਸਾਰ ਦੇ ਅੰਦਰ ਜਿਹੜੇ ਬੋਲ ਹਨ ਉਹ ਵੀ ਉਹਨਾਂ ਦੇ ਫਿੱਕੇ ਹੀ ਹੁੰਦੇ ਹਨ। ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਬਚਨ ਹਨ, ਮਾਰੂ ਰਾਗ ਦੇ ਅੰਦਰ, ਬਿਰਖਾ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਉਦੋਤ ਭਇਆ ਉੱਠ ਚੱਲੇ, ਜਿਉਂ ਜਿਉਂ ਔਦ ਵਿਹਾਣੀਆਂ। ਹੇ ਭਾਈ ਇਹ ਸੰਸਾਰ ਰੂਪੀ ਬਿਰਖ ਦੇ ਉੱਪਰ ਪੰਛੀ ਆਣ ਕੇ ਬੈਠੇ ਹਨ। ਕਈ ਪੰਛੀ ਤਾਂ ਉਹ ਹਨ ਜਿਨ੍ਹਾਂ ਦੀਆਂ ਮਿੱਠੀਆਂ ਆਵਾਜ਼ਾਂ ਸੁਣਨ ਵਾਸਤੇ ਲੋਕ ਬਾਗਾਂ ਤੱਕ ਜਾਂਦੇ ਨੇ। ਕੋਇਲ ਦੀ ਮਿੱਠੀ ਆਵਾਜ਼ ਸੁਣਨ ਵਾਸਤੇ ਬਾਗ ਤੱਕ ਗਏ। ਕਈ ਫਿਰ ਅਜਿਹੇ ਵੀ ਹਨ ਭਾਈ ਜਿਨ੍ਹਾਂ ਦੀ ਆਵਾਜ਼ ਜੇ ਕਿਤੇ ਬਨੇਰੇ ਉੱਪਰ ਵੀ ਆਣ ਕੇ ਕਾਂ ਬੋਲ ਪਏ, ਉਹਨੂੰ ਆਣ ਕੇ ਉਡਾ ਦਿੰਦੇ ਨੇ। ਬੋਲ ਤਾਂ ਪੰਛੀ ਰਿਹਾ ਹੈ ਨਾ।
ਬੋਲ ਇੱਕ ਦੀ ਆਵਾਜ਼ ਸੁਣਨ ਵਾਸਤੇ ਲੋਕ ਤਰਸ ਗਏ, ਇੱਕ ਨੇ ਬੋਲ ਬੋਲੇ ਉਹਨੂੰ ਉਡਾ ਦਿੱਤਾ। ਬੋਲਾਂ ਵਿੱਚ ਫਰਕ ਹੈ। ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ ਭਾਈ, ਜਗਤ ਵਿੱਚ ਉਹ ਆਏ। ਉਹ ਜਗਤ ਵਿੱਚ ਆਣ ਕੇ ਉਹਨਾਂ ਦੇ ਜਿਹੜੇ ਬੋਲ ਸਨ ਉਹ ਫਿੱਕੇ ਹੀ ਉਹਨਾਂ ਨੇ ਬੋਲ ਬੋਲੇ, ਉਹਨਾਂ ਕਦੇ ਮਿੱਠੇ ਬੋਲ ਨਹੀਂ ਬੋਲੇ। ਜਦੋਂ ਕਿ ਮਹਾਰਾਜ ਜੀ ਬਚਨ ਪਾਵਨ ਪਵਿੱਤਰ ਸ਼ਬਦਾਂ ਵਿੱਚ ਬਚਨ ਕਰਦੇ ਹਨ, ਭਾਈ ਉਹ ਸਾਹਿਬ ਦੀ ਜਿਹੜੀ ਬੋਲੀ ਹੈ ਉਹ ਭਾਖਿਆ ਭਾਉ ਅਪਾਰ। ਉਸ ਸਾਹਿਬ ਦੀ ਜਿਹੜੀ ਬੋਲੀ ਹੈ ਉਹ ਮਿੱਠੜੀ ਭਾਉ ਪ੍ਰੇਮ ਵਾਲੀ ਬੋਲੀ ਹੈ। ਫਿੱਕਾ ਬੋਲਣਾ ਨਾਮ ਨਾ ਵਸੈ ਮਨ ਮਾਹੇ ਭਾਈ, ਉਹਨਾਂ ਦੇ ਹਿਰਦੇ ਦੇ ਅੰਦਰ ਨਾਮ ਦਾ ਵਾਸਾ ਨਹੀਂ ਹੋਇਆ। ਨਾਨਕ ਬਿਨ ਸਤਿਗੁਰ ਸੇਵੇ ਜੰਪਰ ਬੱਧੇ ਮਾਰੀਅਨ, ਮੋਹਿ ਕਾਲੈ ਉਠ ਜਾਹੇ। ਇਹ ਭਾਈ ਉਹ ਆਏ ਹਨ ਜਗਤ ਦੇ ਅੰਦਰ, ਇਸੇ ਤਰ੍ਹਾਂ ਜਿਵੇਂ ਆਏ ਉਸੇ ਤਰ੍ਹਾਂ ਹੀ ਖਾਲੀ ਹੀ ਚਲੇ ਗਏ। ਜਗਤ ਵਿੱਚ ਆਏ ਨਾਨਕ ਬਿਨ ਸਤਿਗੁਰ ਸੇਵੇ, ਬਿਨਾ ਸਤਿਗੁਰ ਤੋਂ ਸੇਵਨ ਤੋਂ ਬਿਨਾ ਜੰਮਪੁਰ ਦਾ ਜਿਹੜਾ ਡੰਡਾ ਹੈ ਫਿਰ ਉਹ ਸਿਰ ਦੇ ਵਿੱਚ ਵੱਜਦਾ ਹੈ। ਜੰਮਪੁਰ ਬੱਧੇ ਮਾਰੇਨ ਮੋਹ ਕਾਲੈ ਉੱਠ ਜਾਏ। ਔਰ ਇਸੇ ਤਰ੍ਹਾਂ ਹੀ ਸੰਸਾਰ ਦੇ ਵਿੱਚੋਂ ਇੱਕ ਪਾਸੇ ਮਹਾਰਾਜ ਬਚਨ ਕਰਦੇ ਹਨ, ਭਾਈ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ। ਇੱਕ ਤਾਂ ਪਾਸੇ ਮਹਾਰਾਜ ਜੀ ਮੁਖ ਉਜਲੇ ਦੀ ਗੱਲ ਕਰ ਰਹੇ ਹਨ, ਪਾਤਸ਼ਾਹ ਜਿਨ੍ਹਾਂ ਨੇ ਨਾਮ ਸਿਮਰਿਆ। ਅੱਜ ਦੇ ਪਾਵਨ ਬਚਨ ਵਿੱਚ ਪਾਤਸ਼ਾਹ ਜੀ ਨੇ ਰਹਿਮਤ ਕੀਤੀ। ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਨਾਮ ਨਹੀਂ ਸਿਮਰਿਆ ਉਹ ਮੂੰਹ ਕਾਲਾ ਉੱਠ ਜਾਏ। ਇਸੇ ਤਰ੍ਹਾਂ ਹੀ ਸੰਸਾਰ ਤੋਂ ਮੁਖ ਤੇ ਕਾਲਖ ਲਵਾ ਕੇ ਚਲੇ ਜਾਂਦੇ। ਮੋਹਿ ਕਾਲਾ ਉੱਠ ਜਾਏ ਜਗਤ ਤੋਂ, ਉਹ ਆਏ ਹਨ ਪਰ ਸੰਸਾਰ ਤੋਂ ਇਸੇ ਤਰ੍ਹਾਂ ਹੀ ਆਏ, ਸੰਸਾਰ ਤੋਂ ਇਸੇ ਤਰ੍ਹਾਂ ਹੀ ਚਲੇ ਗਏ। ਭਾਵ ਉਹਨਾਂ ਨੇ ਜੀਵਨ ਵਿੱਚ ਆਪਣਾ ਜੀਵਨ ਨਹੀਂ ਵਿਹਾਜ ਕੇ ਤੁਰੇ। ਮਹੱਲਾ ਪਹਿਲਾ। ਜਾਲੋ ਐਸੀ ਰੀਤ, ਜਿਤ ਮੈਂ ਪਿਆਰਾ ਵਿਸਰੈ। ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਸ਼ਲੋਕ। ਜਾਲੋ ਐਸੀ ਰੀਤ, ਅੱਗ ਵਿੱਚ ਸਾੜਦਿਆਂ ਉਹ ਰੀਤਾਂ ਨੂੰ, ਅੱਗ ਵਿੱਚ ਸਾੜਦਿਆਂ ਉਹਨਾਂ ਕਰਮਾਂ ਨੂੰ। ਪਾਤਸ਼ਾਹ ਕਿਹੜੇ ਕਰਮ? ਮਹਾਰਾਜ ਕਹਿੰਦੇ ਜਿਤ ਮੈਂ ਪਿਆਰਾ ਵਿਸਰਹਿ ਭਾਈ, ਜਿਨ੍ਹਾਂ ਕਰਮਾਂ ਦੇ ਨਾਲ, ਜਿਨ੍ਹਾਂ ਰੀਤਾਂ ਦੇ ਨਾਲ, ਜਿਨ੍ਹਾਂ ਰਹੁ ਰੀਤੀਆਂ ਦੇ ਨਾਲ ਮੈਨੂੰ ਮੇਰਾ ਸਾਈਂ ਵਿਸਰ ਜਾਂਦਾ ਹੋਵੇ। ਉਹ ਜਿਹੜੀਆਂ ਰੀਤਾਂ ਹਨ ਮੈਂ ਉਹਨਾਂ ਨੂੰ ਸਾੜਦਿਆਂ, ਜਿਨ੍ਹਾਂ ਰੀਤਾਂ ਦੇ ਨਾਲ ਸੰਸਾਰ ਦੇ ਅੰਦਰ ਫਿੱਕ ਪੈਂਦਾ ਹੋਵੇ, ਸੰਸਾਰ ਦੇ ਅੰਦਰ ਮੇਰੇ ਸਾਈਂ ਦੇ ਪ੍ਰੇਮ ਦੇ ਨਾਲ ਜਾਂ ਉਸ ਮਾਲਕ ਜੀ ਦੇ ਪ੍ਰੇਮ ਦੇ ਨਾਲ ਮੇਰੀ ਵਿਥ ਪੈਂਦੀ ਹੋਵੇ, ਮੈਂ ਉਹ ਕਰਮ ਧਰਮ ਹੀ ਛੱਡ ਦਿਆਂ। ਮੈਂ ਉਹਨਾਂ ਕਰਮਾਂ ਦਾ, ਉਹਨਾਂ ਕੰਮਾਂ ਦਾ ਹੀ ਰਾਹੀ ਪਾਂਦੀ ਬਣਾ। ਪਾਤਸ਼ਾਹ ਕਿਹਨਾਂ ਦਾ? ਜਿਨ੍ਹਾਂ ਦੇ ਅਨੁਸਾਰ ਜੀਵਨ ਦੇ ਅੰਦਰ ਮੇਰੀ ਮਾਲਕ ਦੇ ਨਾਲ, ਸਾਈਂ ਦੇ ਨਾਲ ਜਿਹੜੀ ਮੇਰੀ ਸਦੀਵੀ ਜਿਹੜੀ ਪ੍ਰੀਤ ਬਣੀ ਰਹੇ। ਜਾਲੋ ਐਸੀ ਰੀਤ, ਜਿਤ ਮੈਂ ਪਿਆਰਾ ਵਿਸਰੈ, ਜਿਹਦੇ ਨਾਲ ਮੈਨੂੰ ਪਿਆਰਾ ਮੇਰਾ ਸਾਈਂ ਵਿਸਰਦਾ ਹੋਵੇ, ਮੈਂ ਉਹ ਰੀਤ ਹੀ ਸਾੜ ਦਵਾਂ। ਨਾਨਕ ਸਾਈ ਭਲੀ ਪ੍ਰੀਤ, ਜਿਤ ਸਾਹਿਬ ਸੇਤੀ ਪਤਰ ਹੈ। ਉਹ ਹੀ ਰੀਤ, ਉਹ ਹੀ ਪ੍ਰੀਤ ਭਲੀ ਹੈ ਮਹਾਰਾਜ। ਕਿਹੜੀ? ਜਿਤ ਸਾਹਿਬ ਸੇਤੀ ਪਤਰ ਹੈ, ਜਿਹਦੇ ਨਾਲ ਸਾਹਿਬ ਦੇ ਨਾਲ ਜੋੜ ਮਿਲ ਬਣਿਆ ਰਹੇ। ਉਹ ਹੀ ਕਾਰਜ, ਉਹ ਹੀ ਕਰਮ ਧਰਮ, ਉਹ ਹੀ ਸੇਵਕੀ। ਇੱਕ ਸੇਵਕ ਜਨ ਦੀ ਸੇਵਾ ਭਲੀ ਹੈ ਮਹਾਰਾਜ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਸਾਹਿਬ ਦੇ ਘਰ ਦੇ ਨਾਲ ਜੋੜ ਬਣਿਆ ਰਹੇ, ਸਾਹਿਬ ਦੇ ਘਰ ਦੇ ਨਾਲ ਪੱਤ ਬਣੀ ਰਹੇ। ਉਹ ਹੀ ਰੀਤ ਭਲੀ ਹੈ। ਬਾਕੀ ਜੋ ਹੈ ਮਹਾਰਾਜ ਕਹਿੰਦੇ ਮੈਂ ਅੱਗ ਵਿੱਚ ਸਾੜ ਕੇ ਸਾਰੀਆਂ ਉਹਨਾਂ ਰੀਤਾਂ ਨੂੰ, ਉਹਨਾਂ ਪ੍ਰੀਤਾਂ ਨੂੰ ਮੈਂ ਸਾੜ ਕੇ ਰਾਖ ਕਰ ਦੇਵਾਂ। ਪੌੜੀ ਹਰਿ ਕੋ ਦਾਤਾ ਸੇਵੀਐ,
ਹਰ ਇੱਕ ਧਿਆਈਐ। ਸਤਿਗੁਰੂ ਮਹਾਰਾਜ ਹੁਣ ਰਹਿਮਤ ਕਰਦੇ ਹਨ, ਭਾਈ ਕਿਸ ਪਾਸੋਂ ਮੰਗਣਾ ਹੈ। ਹਰ ਇੱਕੋ ਦਾਤਾ ਸੇਵੀਐ, ਹਰ ਇੱਕ ਧਿਆਈਐ। ਉਸ ਇੱਕ ਨੂੰ ਹੀ ਸਿਮਰੀਏ। ਤੈ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ। ਨੈਣ ਬੈਣ ਮੋਹਿ ਇੱਕ, ਇੱਕ ਦੁਇ ਠਾਏ ਨਾ ਜਾਣਿਓ। ਸੁਪਨ ਇੱਕ, ਪ੍ਰਤੱਖ ਇੱਕ, 21 ਮੈਂ ਲੀਣੋ। 30 ਇੱਕ ਅਰ 5 ਸਿੱਧ 35 ਨਾ ਖੀਣੋ। ਇੱਕੋ ਜੇ ਲੱਖ, ਲੱਖੋਂ ਲੱਖ ਹੈ, ਇੱਕ ਇੱਕ ਕਰ ਵਰਨਿਓ। ਹੇ ਧੰਨ ਗੁਰੂ ਅਮਰਦਾਸ ਪਾਤਸ਼ਾਹ, ਆਪ ਜੀਆਂ ਨੇ ਇੱਕ ਨੂੰ ਹੀ ਸਿਮਰਿਆ, ਆਪ ਜੀਆਂ ਨੇ ਇੱਕ ਨੂੰ ਹੀ ਧਿਆਇਆ। ਕਿਸ ਇੱਕ ਨੂੰ? ਉਸ ਪਰਿਪੂਰਨ ਪਰਮਾਤਮਾ ਨੂੰ। ਉਸ ਤੋਂ ਬਿਨਾ ਕਦੇ ਕਿਸੇ ਦੂਈ ਦੇ ਅੱਗੇ ਹੱਥ ਨਹੀਂ ਅੱਡਿਆ। ਦੁਨੀਆ ਨਾ ਸਾ ਲਾਹੇ ਜੋ ਮਰ ਵੰਜ ਸੀ, ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਥੀ। ਆਪ ਜੀਆਂ ਨੇ ਉਸ ਇੱਕ ਨੂੰ ਹੀ ਸਿਮਰਿਆ। ਹਰ ਇੱਕੋ ਦਾਤਾ ਸੇਵੀਐ, ਹਰ ਇੱਕ ਧਿਆਈਐ। ਉਸ ਇੱਕ ਪਰਿਪੂਰਨ ਪਰਮਾਤਮਾ ਨੂੰ ਸਿਮਰੀਏ। ਹਰ ਇੱਕੋ ਦਾਤਾ ਮੰਗੀਐ, ਮਨ ਚਿੰਦਿਆ ਪਾਈਐ। ਇਹ ਭਾਈ ਮੰਗਣਾ ਹੈ ਔਰ ਉਸ ਇੱਕ ਤੋਂ ਹੀ ਮੰਗ। ਹਰ ਇੱਕੋ ਦਾਤਾ ਮੰਗੀਐ, ਮੰਗਣਾ ਵੀ ਹੈ। ਮਹਾਰਾਜ ਕਹਿੰਦੇ ਉਸ ਇੱਕ ਦੇ ਪਾਸੋਂ ਮੰਗ ਜਿਹੜਾ ਤੇਰੀਆਂ ਝੋਲੀਆਂ ਭਰਨ ਵਾਲਾ ਹੈ, ਜਿਹੜਾ ਆਪ ਹੀ ਖੁਦ ਕਿਸੇ ਦੇ ਦੁਆਰੇ ਦਾ ਮੰਗਤਾ ਹੈ। ਉਸ ਦੇ ਪਾਸੋਂ ਕਿਉਂ ਤੂੰ ਮੰਗਦਾ ਹੈ? ਉਸ ਇੱਕ ਸਾਹਿਬ ਦੇ ਪਾਸੋਂ ਹੀ ਮੰਗ। ਮਨ ਚਿੰਦਿਆ ਪਾਈਐ, ਤਥਾ ਜਿਹੜੇ ਮਨ ਚਿੰਦੇ ਹੋਏ ਪਦਾਰਥ ਹਨ, ਹੇ ਭਾਈ, ਉਹ ਤੈਨੂੰ ਮਾਲਕ ਦੇ ਪਾਸੋਂ ਤੈਨੂੰ ਮਿਲ ਜਾਣਗੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ ਕੇ ਅਨਨ ਸਿੱਖ ਭਾਈ ਰੋਸ਼ਨ ਜੀ ਦੀ, ਜੋ ਸਾਖੀ ਭਾਈ ਰੋਸ਼ਨ ਸਿੰਘ ਦੀ, ਬਹਾਦਰ ਸ਼ਾਹ ਦੇ ਕੋਲ ਆਗਰੇ ਦੀ ਧਰਤੀ ਤੇ ਬੈਠੇ ਸਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ। ਬਹਾਦਰ ਸ਼ਾਹ ਨੇ ਬੜੀ ਚਲਾਕ ਬਿਰਤੀ ਨਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਬਚਨ ਕੀਤਾ, ਮਹਾਰਾਜ ਮੈਂ ਸੁਣਿਆ ਹੈ ਤੁਸੀਂ ਹੱਥ ਨਾਲ ਸ਼ੇਰ ਦਾ ਸ਼ਿਕਾਰ ਕਰ ਲੈਂਦੇ ਹੋ ਇਕੱਲੇ। ਸਤਿਗੁਰੂ ਮਹਾਰਾਜ ਕਹਿੰਦੇ, ਹਾਂ ਪਾਤਸ਼ਾਹ, ਇੱਥੇ ਆਗਰੇ ਦੇ ਅੰਦਰ ਸ਼ੇਰ ਇੱਕ ਆਦਮਖੋਰ ਹੋ ਚੁੱਕਾ ਹੈ। ਕਿਰਪਾ ਕਰੋ ਤੁਸੀਂ ਸਾਨੂੰ ਅਜਿਹੇ ਸ਼ੇਰ ਤੋਂ ਤੁਸੀਂ ਸਾਨੂੰ ਨਿਜਾਤ ਦਿਵਾਓ, ਲੋਕਾਂ ਦਾ ਭਲਾ ਕਰੋ। ਭਾਈ ਰੋਸ਼ਨ ਸਿੰਘ ਲੱਗੇ ਕਹਿਣ, ਕੋਲ ਬੈਠੇ ਸਨ, ਕਹਿੰਦੇ ਇੰਨੇ ਕੁ ਕੰਮ ਵਾਸਤੇ ਪਾਤਸ਼ਾਹ ਜੀ ਨੂੰ ਕਿਉਂ ਕਹਿ ਰਹੇ ਹੋ? ਸਤਿਗੁਰੂ ਜੀ ਰਹਿਮਤ ਕਰਨ, ਸਤਿਗੁਰੂ ਜੀ ਆਗਿਆ ਬਖਸ਼ਣ, ਇਹ ਕੰਮ ਤਾਂ ਮੈਂ ਕਰ ਦਵਾਂਗਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ ਨੇ ਆਗਿਆ ਕੀਤੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਾਓ। ਭਾਈ ਰੋਸ਼ਨ ਸਿੰਘ ਗਏ ਤੇ ਬਹਾਦਰ ਸ਼ਾਹ ਮਨ ਵਿੱਚ ਸੋਚਣ ਲੱਗਾ, ਏਡੀ ਲੰਮੀ ਵੇਲ ਦਾ ਜੋ ਸ਼ੇਰ ਹੈ ਔਰ ਏਡਾ ਆਦਮਖੋਰ, ਏਡਾ ਤਾਕਤਵਰ, ਇਕੱਲਾ ਸ਼ਿਕਾਰ ਕਿਵੇਂ ਕਰੇਗਾ ਭਾਈ ਰੋਸ਼ਨ ਸਿੰਘ? ਸ਼ਾਮ ਦਾ ਵੇਲਾ ਹੋਇਆ। ਭਾਈ ਰੋਸ਼ਨ ਸਿੰਘ ਨੇ ਸ਼ੇਰ ਦਾ ਸ਼ਿਕਾਰ ਕਰਕੇ ਜਦੋਂ ਵਾਪਸ ਆਇਆ, ਸਾਰੇ ਪਾਸੇ ਲੋਕ ਭਰੇ ਦਰਬਾਰ ਦੇ ਅੰਦਰ ਹੈਰਾਨ ਰਹਿ ਗਏ ਵੀ ਇਹਨੇ ਇਕੱਲੇ ਨੇ ਸ਼ੇਰ ਦਾ ਸ਼ਿਕਾਰ ਕਿਵੇਂ ਕੀਤਾ ਹੈ। ਜਦੋਂ ਆਇਆ, ਬਹਾਦਰ ਸ਼ਾਹ ਉੱਠ ਕੇ ਭਾਈ ਰੋਸ਼ਨ ਸਿੰਘ ਦੇ ਗਲੇ ਦੇ ਅੰਦਰ ਆਪਣਾ ਕੈਂਠਾ, ਗਲੇ ਦਾ ਹਾਰ ਲੱਗਾ ਪਾਉਣ। ਭਾਈ ਰੋਸ਼ਨ ਸਿੰਘ ਇੱਕੋ ਦਮ ਪਿਛਾਂਹ ਨੂੰ ਹੋ ਕੇ ਲੱਗੇ ਕਹਿਣ, ਬਾਦਸ਼ਾਹ ਖਲੋ ਜਾ, ਇਹ ਕੰਮ ਨਾ ਕਰੀ। ਤੇਰਾ ਹਾਰ ਪਵਾਉਣ ਦੇ ਵਾਸਤੇ ਮੈਨੂੰ ਧੌਣ ਤੇਰੇ ਸਾਹਮਣੇ ਕਰਨੀ ਪਵੇਗੀ, ਪਰ ਮੇਰੀ ਧੌਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਬਿਨਾਂ ਕਦੇ ਕਿਸੇ ਅੱਗੇ ਝੁਕਦੀ ਨਹੀਂ। ਮੇਰਾ ਸੀਸ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਬਿਨਾਂ ਕਦੇ ਕਿਸੇ ਦੂਜੇ ਸਾਹਮਣੇ ਝੁਕਿਆ ਨਹੀਂ। ਮੇਰਾ ਗੁਰੂ ਮੇਰੀ ਝੋਲੀ ਵਿੱਚ ਕੱਖ ਪਾਏ, ਮੇਰਾ ਗੁਰੂ ਮੇਰੀ ਝੋਲੀ ਵਿੱਚ ਲੱਖ ਪਾਏ, ਮੈਨੂੰ ਤਾਂ ਉਹ ਹੀ ਪ੍ਰਵਾਨ ਹੈ ਜੋ ਪਾਤਸ਼ਾਹ ਝੋਲੀ ਵਿੱਚ ਪਾਉਣ। ਮੈਂ ਕਦੇ ਕਿਸੇ ਦੁਨਿਆਵੀ ਬਾਦਸ਼ਾਹ ਦੇ ਪਾਸੋਂ ਕਦੇ ਕੁਝ ਨਹੀਂ ਮੰਗਿਆ। ਤੇ ਪਾਤਸ਼ਾਹ ਜੀ ਅੱਜ ਦੇ ਪਾਵਨ ਬਚਨਾਂ ਵਿੱਚ ਰਹਿਮਤ ਕਰਦੇ ਹਨ, ਹੇ ਭਾਈ, ਹਰ ਇੱਕੋ ਦਾਤਾ ਮੰਗੀਐ, ਮਨ ਚਿੰਦਿਆ ਪਾਈਐ। ਹੇ ਭਾਈ, ਉਸ ਇੱਕੋ ਪਾਸੋਂ ਮੰਗੀਏ ਤਥਾ ਮਨ ਚਿੰਦੇ ਫਲ ਪ੍ਰਾਪਤ ਕਰੀਏ।
ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ। ਮਹਾਰਾਜ ਨੇ ਸ਼ਬਦ ਹੀ ਕਹਿ ਦਿੱਤੇ, ਭਾਈ ਜੇ ਦੂਸਰੇ ਪਾਸੋਂ ਮੰਗਣਾ ਹੈ ਤਾਂ ਸ਼ਰਮ ਨਾਲ ਹੀ ਮਰ ਜਾਈਏ, ਲਾਜ ਮਰਾਈਏ। ਹੇ ਭਾਈ, ਮੰਗਣਾ ਹੈ ਉਸ ਇੱਕ ਮਾਲਕ ਦੇ ਪਾਸੋਂ, ਤੂੰ ਹੱਥ ਜੋੜ ਕੇ ਮਾਲਕ ਦੇ ਸਾਹਿਬ ਦੇ ਘਰ ਤੋਂ ਮੰਗ। ਆਚਕ ਮੰਗਾ ਆਣ ਦੇ ਪਿਆਰਿਆ, ਦੇਵਨਹਾਰ ਦਾ ਤਾਰ ਮੈਂ ਨਿਤ ਚਿਤਾਰਿਆ। ਨਿਖੁੱਟ ਨਾ ਜਾਈ ਮੂਲ, ਅਤੁੱਲ ਭੰਡਾਰਿਆ। ਨਾਨਕ ਸ਼ਬਦ ਅਪਾਰ, ਤਿਨ ਸਭ ਕੇ ਸਾਰਿਆ। ਜਾਚੜੀ ਸੰਸਾਰ ਜੋ ਜਾ ਚੰਦੀ ਹੇਕੜੋ, ਮੰਗ ਉਸ ਇੱਕ ਤੋਂ ਜੀਵਨ ਪਦ ਨਿਰਵਾਣ। ਕੋ ਸਿਮਰਿਆ ਦੂਜੀ ਨਾਹੀ ਜਾਏ, ਕਿਨ ਬਿਦ ਧੀਰਿਆ। ਮੰਗ ਡਿਠਾ ਸਭ ਸੰਸਾਰ, ਸੁਖ ਨਾ ਨਾਮ ਬਿਨ। ਤਨ ਤਨ ਹੋਸੀ ਛਾਰ, ਜਾਣੈ ਕੋਏ ਜਨ। ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ। ਭਾਈ ਇੱਕ ਦੇ ਪਾਸੋਂ ਹੀ ਮੰਗੀਏ, ਦੂਸਰੇ ਪਾਸੋਂ ਨਾ ਮੰਗੀਏ। ਜਿਨ ਸੇਵਿਆ ਤਿਨ ਫਲ ਪਾਇਆ, ਤਿਸ ਜਨ ਕੀ ਸਭ ਭੁੱਖ ਗਵਾਈਐ। ਜਿਨੇ ਤਥਾ ਮਾਲਕ ਐਸੇ ਪਾਤਸ਼ਾਹ ਜੀ ਨੂੰ ਸਿਮਰਿਆ, ਤਿੰਨ ਫਲ ਪਾਇਆ। ਉਹਨਾਂ ਮਨਚਿੰਦੇ ਫਲ ਪ੍ਰਾਪਤ ਕੀਤੇ। ਤਥਾ ਮਾਲਕ ਜੀ ਨੇ ਰਹਿਮਤ ਕੀਤੀ, ਉਹਨਾਂ ਦੀਆਂ ਸਾਰੀਆਂ ਭੁੱਖਾਂ, ਸਾਰੀਆਂ ਲੋੜਾਂ ਹੀ ਖਤਮ ਕਰ ਦਿੱਤੀਆਂ। ਮਹਾਰਾਜੀਆਂ ਦੇ ਪਾਵਨ ਪਵਿੱਤਰ ਬਚਨ। ਮਹਾਰਾਜ ਜੀ ਕਹਿੰਦੇ, ਮੈਂ ਮਾਲਕ ਦੇ ਦਰ ਦਾ ਢਾਡੀ। ਇੱਕ ਦਿਨ ਮਾਲਕ ਦੇ ਦਰਬਾਰ ਵਿੱਚ ਮੈਨੂੰ ਸੱਦ ਲਿਆ। ਮਹਾਰਾਜ ਜੀ ਬਚਨ ਕਰਦੇ ਹਨ, ਪੁੱਛਿਆ ਪ੍ਰਮਾਤਮਾ ਨੇ, ਹਾਂ ਢਾਡੀ, ਮੈਨੂੰ ਢਾਡੀ ਨੂੰ ਬੁਲਾ ਕੇ ਮਾਲਕ ਸੱਚੇ ਪਾਤਸ਼ਾਹ ਪੁੱਛਦੇ ਨੇ, ਦੱਸੋ ਭਾਈ ਕੀ ਤੁਹਾਡੀ ਮੰਗ ਕੀ ਹੈ? ਕਹਿੰਦੇ, ਉਹਦੇ ਪ੍ਰਭ ਦੇਖਦਿਆਂ ਦੁੱਖ ਭੁੱਖ ਗਈ, ਢਾਡੀ ਕੋ ਮੰਗਣ ਚਿਤ ਨਾ ਆਵੈ। ਸਭੇ ਇੱਛਾ ਪੂਰੀਆਂ ਲੱਗ, ਪ੍ਰਭ ਕੈ ਪਾਵੈ। ਕਹਿੰਦੇ ਮਾਲਕ ਦੇ ਦੁਆਰੇ ਤੇ ਗਏ, ਕਹਿੰਦੇ ਉਹਨੂੰ ਉਹਦੇ ਦੀਦਾਰ ਕਰਕੇ ਸਾਰੀਆਂ ਜਿਹੜੀਆਂ ਮੰਗਾਂ ਸਨ, ਮਾਲਕ ਦੇ ਦੀਦਾਰ ਕਰਕੇ ਮੰਗਾਂ ਹੀ ਪੂਰੀਆਂ ਹੋ ਗਈਆਂ। ਸਾਰੀਆਂ ਜਿਤਨੀਆਂ ਮੰਗਾਂ ਸਨ ਮਾਲਕ ਜੀ ਨੇ ਝੋਲੀ ਵਿੱਚ ਭਰ ਦਿੱਤੀਆਂ। ਪ੍ਰਭ ਦੇਖਦਿਆਂ ਦੁੱਖ ਭੁੱਖ ਗਈ, ਢਾਡੀ ਕੋ ਮੰਗਣ ਚਿਤ ਨਾ ਆਵੈ। ਜਿਨ ਸੇਵਿਆ ਤਿਨ ਫਲ ਪਾਇਆ, ਤਿਸ ਜਨ ਕੀ ਸਭ ਭੁੱਖ ਗਵਾਈਆ। ਮਾਲਕ ਜੀ ਨੇ ਸਾਰੀਆਂ ਭੁੱਖਾਂ, ਸਾਰੀਆਂ ਲੋੜਾਂ ਖਤਮ ਕਰ ਦਿੱਤੀਆਂ। ਨਾਨਕ ਤਿਨ ਬਿਟੋ ਵਾਰਿਆ, ਜਿਨ ਅਨੰਦਨ ਹਿਰਦੈ ਹਰਿ ਨਾਮ ਧਿਆਈਐ। ਦਾਸ ਨਾਨਕ ਮਾਲਕ ਦੇ ਪਾਸੋਂ ਵਾਰਨੇ, ਬਲਿਹਾਰਨੇ ਜਾਏ। ਨਾਨਕ ਤਿਨ ਵਿਟੋਂ ਵਾਰਿਆ, ਜਿਨ ਅਨੰਦਨ ਹਿਰਦੈ ਹਰ ਨਾਮ ਧਿਆਈਐ। ਦਿਨ ਤੇ ਰਾਤ ਉਸ ਪਰਿਪੂਰਨ ਪਰਮਾਤਮਾ ਜੀ ਦੇ ਨਾਮ ਨੂੰ ਸਿਮਰਿਆ ਹੈ। ਦਿਨ ਤੇ ਰਾਤ ਜਿਨ ਅਨੰਦਨ ਹਿਰਦੈ ਹਰ ਨਾਮ ਧਿਆਈਐ, ਉਸ ਪਰਿਪੂਰਨ ਪਰਮਾਤਮਾ ਮਾਲਕ ਜੀ ਦੇ ਨਾਮ ਨੂੰ, ਮਾਲਕ ਜੀ ਦੇ ਬਚਨਾਂ ਨੂੰ ਜੀਵਨ ਦੇ ਅੰਦਰ ਸਿਮਰਿਆ ਹੈ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਮੁਬਾਰਕ ਪਾਵਨ ਪਵਿੱਤਰ ਬਚਨ ਅੱਜ ਦੇ ਪਾਵਨ ਸ਼੍ਰੀ ਮੁਖ ਵਾਕ ਜੀ ਦੇ।